प्यारे दोस्तों, महरीन क्लासेज ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਜਿਸ ਵਿਸ਼ੇ ਬਾਰੇ ਗੱਲ ਕਰਾਂਗੇ ਉਹ ਅਰਥ ਵਿਗਿਆਨ ਹੈ। ਉਹ ਅਰਥ ਵਿਗਿਆਨ ਭਾਸ਼ਾ ਵਿਗਿਆਨ ਦੀ ਉਸੇ ਤਰ੍ਹਾਂ ਦੀ ਇੱਕ ਸ਼ਾਖਾ ਹੈ, ਇੱਕ ਪੱਧਰ ਹੈ ਜਿਸ ਤਰ੍ਹਾਂ ਧੁਨੀ ਵਿਗਿਆਨ, ਰੂਪ ਵਿਗਿਆਨ, ਵਾਕ ਵਿਗਿਆਨ ਨੇ। ਜਿਵੇਂ ਧੁਨੀ ਵਿਗਿਆਨ ਭਾਸ਼ਾ ਵਿਗਿਆਨ 'ਚ ਧੁਨੀਆਂ ਦੇ ਅਧਿਐਨ ਦਾ ਕੰਮ ਕਰਦਾ। ਰੂਪ ਵਿਗਿਆਨ ਸ਼ਬਦਾਂ ਦੀ ਬਣਤਰਾਂ ਦਾ ਅਧਿਐਨ ਕਰਦਾ ਅਤੇ ਵਾਕ ਵਿਗਿਆਨ ਵਾਕਾਂ ਦਾ ਅਧਿਐਨ ਕਰਦਾ। ਉਹ ਇਸੇ ਤਰ੍ਹਾਂ ਜਿਹੜਾ ਇਹ ਸੰਜਮ ਹੈ ਅਰਥ ਵਿਗਿਆਨ, ਇਹ ਵੀ ਭਾਸ਼ਾ ਦੇ ਅਰਥਾਂ ਨਾਲ ਸੰਬੰਧਿਤ ਵਿਗਿਆਨ ਹੈ। ਸੋ ਅੰਗਰੇਜ਼ੀ ਵਿੱਚ ਇਹਦੇ ਲਈ ਜਿਹੜਾ ਸ਼ਬਦ ਹੈ ਉਹ ਸਿਮੈਂਟਿਕਸ ਵਰਤਿਆ ਜਾਂਦਾ ਹੈ। ਸਿਮੈਂਟਿਕਸ ਕੀ ਹੈ? ਸਿਮੈਂਟਿਕਸ ਇਜ਼ ਏ ਸਾਇੰਟੀਫਿਕ ਸਟੱਡੀ ਆਫ ਮੀਨਿੰਗ। ਸੋ ਯਾਨੀ ਅਰਥ ਵਿਗਿਆਨ ਭਾਸ਼ਾ ਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਅਰਥਾਂ ਨਾਲ ਸੰਬੰਧਿਤ ਹੈ, ਜਿਹੜੀ ਭਾਸ਼ਾ ਵਿੱਚ ਸ਼ਬਦਾਂ ਦੇ ਅਰਥਾਂ ਦਾ ਵਿਗਿਆਨਕ ਅਧਿਐਨ ਕਰਦੀ ਹੈ। ਸੋ ਇਹ ਜਿਹੜਾ ਮੌਜੂਦਾ ਅਰਥ ਵਿਗਿਆਨ ਹੈ ਮਾਡਰਨ, ਇਹ 19ਵੀਂ ਸਦੀ ਦੇ ਅੰਤ 'ਚ ਜਾ ਕੇ ਇੱਕ ਸੰਜਮ, ਇੱਕ ਅਨੁਸ਼ਾਸਨ ਵਜੋਂ ਵਿਕਸਿਤ ਹੁੰਦਾ। ਇਹ ਨਹੀਂ ਹੈ ਕਿ ਇਸ ਤੋਂ ਪਹਿਲਾਂ ਅਰਥ ਬਾਰੇ ਜਾਂ ਅਰਥ ਚਿੰਤਨ ਨਹੀਂ ਹੋਇਆ, ਸਗੋਂ ਬਹੁਤ ਗੰਭੀਰ ਹੋਇਆ। ਬਲਕਿ ਦੋ ਪਰੰਪਰਾਵਾਂ ਰਹੀਆਂ ਅਰਥ ਚਿੰਤਨ ਦੀਆਂ, ਇੱਕ ਪੱਛਮੀ ਪਰੰਪਰਾ ਰਹੀ ਹੈ, ਇੱਕ ਭਾਰਤੀ ਪਰੰਪਰਾ ਰਹੀ ਆ। ਸੋ ਭਾਰਤੀ ਪਰੰਪਰਾ ਦੇ ਵਿੱਚ ਵੀ ਬਹੁਤ ਗੰਭੀਰ ਚਿੰਤਨ ਹੋਇਆ ਅਰਥ ਦਾ। ਯਾਸਕ ਦਾ ਨਿਰੁਕਤ ਹੈ, ਇਹਦੇ ਵਿੱਚ ਵੀ ਸ਼ਬਦਾਂ ਦੇ ਅਰਥਾਂ ਬਾਰੇ ਗੱਲ ਕੀਤੀ ਗਈ ਹੈ। 8ਵੀਂ ਸਦੀ ਈਸਵੀ ਪੂਰਵ ਦੀ ਲਗਭਗ ਇਹ ਰਚਨਾ ਹੈ। ਸੋ ਇਸੇ ਤਰ੍ਹਾਂ ਪਤੰਜਲੀ ਦਾ ਮਹਾਭਾਸ਼ ਹੈ, ਇਹਦੇ 'ਚ ਵੀ ਜਿਹੜਾ ਅਰਥ ਚਿੰਤਨ ਮਿਲਦਾ। ਇਸੇ ਤਰ੍ਹਾਂ ਭਰਤਰੀ ਹਰੀ ਦਾ ਵਾਕਿਆਪਦੀ, ਇਹ ਗ੍ਰੰਥ ਵੀ ਜਿਹੜਾ ਬੇਸਿਕਲੀ ਹੈ ਉਹ ਅਰਥ ਚਿੰਤਨ ਦੇ ਆਧਾਰਿਤ ਹੈ। ਇਹਨਾਂ ਤੋਂ ਇਲਾਵਾ ਜਿਹੜੇ ਸਾਡੇ ਕੋਲ ਭਾਰਤੀ ਦਰਸ਼ਨ ਵਿੱਚ ਵਿਦਾਂਤ, ਸਾਂਖਿਆ, ਨਿਆਏ ਸ਼ਾਸਤਰ, ਬੋਧੀ, ਇਹਨਾਂ ਸਾਰਿਆਂ ਨੇ ਵੀ ਅਰਥਾਂ ਬਾਰੇ ਗੰਭੀਰ ਗੱਲਬਾਤ ਕੀਤੀ ਹੈ। ਯਾਸਕ ਪਹਿਲਾ ਬੰਦਾ ਹੈ ਜਿਹਨੇ ਭਾਰਤੀ ਪਰੰਪਰਾ 'ਚ ਅਰਥ ਚਿੰਤਨ ਦਾ ਆਰੰਭ ਕੀਤਾ। ਉਹਦਾ ਨਿਰੁਕਤ, ਅਸਲ ਵਿੱਚ ਨਿਰੁਕਤ ਵਿੱਚ ਹੈ ਕਿ ਨਿਰੁਕਤ ਨਿਘੰਟੂਆਂ ਦਾ ਟੀਕਾ। ਇਹ ਨਿਘੰਟੂ ਜਿਹੜੇ ਆ ਇਹ ਵੇਦਾਂ ਦੀ ਔਖੀ ਜਿਹੜੀ ਸ਼ਬਦਾਵਲੀ ਸੀ ਉਹਨਾਂ ਦੀਆਂ ਸੂਚੀਆਂ ਸੀ। ਉਹ ਯਾਸਕ ਉਹ ਬੰਦਾ ਹੈ ਜਿਸ ਨੇ ਇਹਨਾਂ ਔਖੇ ਸ਼ਬਦਾਂ ਦੇ ਨਾਲ ਅਰਥ ਦਿੱਤੇ। ਸੋ ਇਸ ਤਰ੍ਹਾਂ ਭਾਰਤ ਦੀ ਜਿਹੜੀ ਪਰੰਪਰਾ ਹੈ ਉਹ ਲਗਭਗ ਅਰਥ ਚਿੰਤਨ ਦੀ ਉਹ 8ਵੀਂ ਸਦੀ ਈਸਵੀ ਪੂਰਵ ਤੋਂ ਸ਼ੁਰੂ ਹੋ ਜਾਂਦੀ ਹੈ। ਉੱਧਰ ਪੱਛਮ ਦੇ ਵਿੱਚ ਜਿਹੜਾ ਅਰਥ ਚਿੰਤਨ ਆ ਉਹ ਵੀ ਬੜਾ ਗੰਭੀਰ ਮਿਲਦਾ। ਅਰਸਤੂ, ਪਲੈਟੋ, ਸੁਕਰਾਤ ਹੋਰਾਂ ਦੇ ਸਮੇਂ ਤੋਂ ਇਹਦਾ ਚੱਲਦਾ ਹੁੰਦਾ। ਇਹ ਅੱਗੇ ਆਪਾਂ ਕਲਾਸ ਦੇ ਵਿੱਚ ਜਾ ਕੇ ਗੱਲਬਾਤ ਇਹਨਾਂ ਬਾਰੇ ਵੀ ਕਰਾਂਗੇ। ਸੋ ਜਿਹੜਾ ਪੱਛਮੀ ਅਰਥ ਚਿੰਤਨ ਹੈ ਉਹਦੇ ਵਿੱਚ ਜਿਹੜਾ ਮਾਡਰਨ ਜਿਹੜਾ ਸਿਮੈਂਟਿਕਸ ਹੈ ਉਹ ਬਹੁਤ ਗੰਭੀਰ ਹੈ। ਸੋ ਪੁਰਾਣੇ ਨਾਲੋਂ ਜਿਹੜਾ ਮਾਡਰਨ ਹੈ ਇਹ ਜ਼ਿਆਦਾ ਗੰਭੀਰ ਹੈ, ਇਹਦੇ ਵਿੱਚ ਜ਼ਿਆਦਾ ਗੰਭੀਰ ਚਿੰਤਨ ਹੋਇਆ। ਸੋ ਇਹਦੇ ਵਿੱਚ ਪਾਮਰ ਦੀ ਇੱਕ ਕਿਤਾਬ ਹੈ ਜਿਹੜੀ ਮਾਡਰਨ ਸਿਮੈਂਟਿਕਸ ਦੇ ਵਿੱਚ ਹੈ। ਉਹ ਪਾਮਰ, ਇਹ ਬੰਦਾ ਜਿਹੜਾ, ਇਹਦੀ ਕਿਤਾਬ ਹੈ ਸਿਮੈਂਟਿਕਸ। ਇਹਦੇ ਵਿੱਚ ਇਹ ਗੱਲ ਕਰਦਾ ਕਿ ਅਰਥ ਵਿਗਿਆਨ ਜਾਨੀ ਸਿਮੈਂਟਿਕਸ ਜਿਹੜਾ ਸ਼ਬਦ ਹੈ ਇਹ ਲਿੰਗਮੈਨ ਨਾਂ ਦਾ ਬੰਦਾ। ਸੋ ਇਹਨੇ ਆਪਣੇ ਪਰਚੇ ਦੇ ਵਿੱਚ 1894 'ਚ ਵਰਤਿਆ, ਯਾਨੀ ਪਹਿਲੀ ਵਾਰ ਸਿਮੈਂਟਿਕਸ ਸ਼ਬਦ 1894 'ਚ ਵਰਤਿਆ ਗਿਆ। ਉਹ ਇਸੇ ਤਰ੍ਹਾਂ ਹੀ ਬਰਾਇਲ, ਇਹਦੀ ਇੱਕ ਕਿਤਾਬ ਹੈ ਸਿਮੈਂਟਿਕਸ, ਇਹ 1897 'ਚ ਛਪਦੀ ਆ। ਇਹ ਕਿਤਾਬ, ਇਹਦੇ ਵਿੱਚ ਅਰਥ ਚਿੰਤਨ ਦਾ ਅਧਿਐਨ ਹੋਇਆ। ਦੂਸਰੇ ਪੱਧਰ ਦੀ, ਦੂਸਰੇ ਨੰਬਰ 'ਤੇ ਆਉਂਦੀ ਹੈ ਇਹ ਕਿਤਾਬ। ਇਸ ਤਰ੍ਹਾਂ LK ਔਕਡਨ ਤੇ IA ਰਿਚਰਡ, ਇਹਨਾਂ ਨੂੰ ਸ਼ਾਰਟ 'ਚ ਔਕਡਨ ਤੇ ਰਿਚਰਡ ਕਿਹਾ ਜਾਂਦਾ। ਉਹ ਇਹਦੀ ਕਿਤਾਬ ਹੈ ਮੀਨਿੰਗ ਆਫ ਮੀਨਿੰਗ, ਜਿਹੜੀ 1923 'ਚ ਛਪਦੀ ਹੈ। ਸੋ ਇਹ ਉਹ ਕਿਤਾਬ ਹੈ ਜਿਹਨੇ ਸਿਮੈਂਟਿਕਸ ਯਾਨੀ ਅਰਥ ਵਿਗਿਆਨ ਦੇ ਵਿੱਚ ਤਰਥੱਲੀ ਮਚਾਈ। ਉਹ ਬਹੁਤ ਗੰਭੀਰ ਯਾਨੀ ਰਿਚ ਚਿੰਤਨ ਹੋਇਆ ਇਹਦੇ 'ਚ ਸਿਮੈਂਟਿਕਸ ਬਾਰੇ। ਇਸੇ ਤਰ੍ਹਾਂ ਹੀ ਜਾਫਰੀ ਲੀਚ ਹੈ। ਸੋ ਜਾਫਰੀ ਲੀਚ ਸਿਮੈਂਟਿਕਸ ਇਹਦੀ ਕਿਤਾਬ ਦਾ ਨਾਂ ਵੀ ਹੈ। ਇਹ 1981 ਦੇ ਵਿੱਚ ਜਾ ਕੇ ਛਪਦੀ ਹੈ। ਇਸੇ ਤਰ੍ਹਾਂ ਇਹਦਾ ਪੱਛਮ ਦੇ ਵਿੱਚ ਜਿਹੜਾ ਮਾਡਰਨ ਸਿਮੈਂਟਿਕਸ ਦਾ ਚਿੰਤਨ ਹੋਇਆ ਉਹਦੇ ਬਾਰੇ ਕਿਤਾਬਾਂ, ਉਹ ਇੱਧਰ ਸਾਡੇ ਭਾਰਤ ਦੇ ਵਿੱਚ ਵੀ ਚਿੰਤਨ ਹੋਇਆ ਮਿਲਦਾ। ਉਹ ਏ ਕੁੰਜਨੀ ਰਾਜ ਹੈ ਇੱਕ ਬੰਦਾ ਜਿਹਨੇ ਇੰਡੀਅਨ ਥਿਊਰੀ ਆਫ ਮੀਨਿੰਗ, ਇਹ 1953 ਦੇ ਵਿੱਚ ਜਿਹੜੀ ਕਿਤਾਬ ਛਪਦੀ ਆ, ਭਾਰਤੀ ਅਰਥ ਸਿਧਾਂਤ, ਏ ਕੁੰਜਨੀ ਰਾਜ।
ਇਸੇ ਤਰ੍ਹਾਂ ਹੀ ਪੰਜਾਬੀ ਦੇ ਵਿੱਚ, ਪੰਜਾਬੀ ਭਾਸ਼ਾ 'ਚ ਜਿਹੜੀਆਂ ਕਿਤਾਬਾਂ ਸਾਨੂੰ ਮਿਲਦੀਆਂ, ਉਹਦੇ ਵਿੱਚ ਪਹਿਲੀ ਕਿਤਾਬ ਜਗਜੀਤ ਸਿੰਘ ਕੋਮਲ ਦੀ ਹੈ, ਪੰਜਾਬੀ ਅਰਥ ਵਿਗਿਆਨ। ਉਹ ਇਹ ਪਹਿਲੀ ਕਿਤਾਬ ਹੈ ਜਿਹੜੀ ਪੰਜਾਬੀ ਭਾਸ਼ਾ ਦੇ ਅਰਥਾਂ, ਸ਼ਬਦਾਂ ਦੇ ਅਰਥਾਂ ਨਾਲ ਤਾਲੁਕ ਰੱਖਦੀ ਹੈ। ਇਸੇ ਤਰ੍ਹਾਂ GS ਰਿਆਲ ਹੈ ਇੱਕ ਬੰਦਾ, GS ਰਿਆਲ। ਉਹ ਇਹਨਾਂ ਦੀਆਂ 3 ਕਿਤਾਬਾਂ, ਉਹ ਇਹ ਕਿਤਾਬਾਂ ਸਿੱਧੇ ਤੌਰ 'ਤੇ ਅਰਥ ਚਿੰਤਨ ਨਾਲ ਅਰਥਾਂ ਨਾਲ ਸੰਬੰਧ ਤਾਂ ਨਹੀਂ ਰੱਖਦੀਆਂ, ਲੇਕਿਨ ਇਹਨਾਂ 'ਚ ਸ਼ਬਦਾਂ ਦੇ ਅਰਥਾਂ ਬਾਰੇ ਗੱਲ ਕੀਤੀ ਹੈ। ਇਹਨਾਂ ਦੀਆਂ ਕਿਤਾਬਾਂ ਇੱਕ ਸ਼ਬਦਾਂ ਦੀ ਪੈੜ, ਸਾਡੀ ਧਰਤੀ ਸਾਡੇ ਬੋਲ, ਇੱਕ ਹੈ ਸ਼ਬਦਾਂ ਦੀਆਂ ਲਿਖਤਾਂ। ਉਹ ਇਸੇ ਤਰ੍ਹਾਂ ਪੰਜਾਬੀ ਭਾਸ਼ਾ 'ਚ ਇੱਕ ਹੋਰ ਬੰਦਾ ਹੈ ਸੁਰਜੀਤ ਖੁਰਸ਼ੀਦੀ। ਇਹਦੀਆਂ 2 ਕਿਤਾਬਾਂ ਮਿਲਦੀਆਂ ਸਾਨੂੰ, ਇੱਕ ਸ਼ਬਦ ਲੀਲਾ, ਇੱਕ ਪੰਜਾਬੀ ਸ਼ਬਦਾਰਥ ਦੀ ਰੂਪ ਰੇਖਾ। ਸੋ ਜਾਣੀ ਇਹ ਕਿਤਾਬ ਦੇ ਵਿੱਚ ਵੀ ਜਿਹੜਾ ਅਰਥਾਂ, ਸ਼ਬਦਾਂ ਦੇ ਅਰਥਾਂ ਬਾਰੇ ਗੱਲਾਂ ਕੀਤੀਆਂ। ਸੋ ਇਹ ਤਾਂ ਸੀ ਅਰਥ ਵਿਗਿਆਨ ਦੇ ਪਿਛੋਕੜ, ਇਹਦੇ ਨਾਲ ਸੰਬੰਧਿਤ ਕਿਤਾਬਾਂ ਬਾਰੇ ਗੱਲ। ਹੁਣ ਆਪਾਂ ਅਰਥ ਵਿਗਿਆਨ ਦੀ ਪਰਿਭਾਸ਼ਾ ਵੱਲ ਆਉਂਦੇ ਹਾਂ। ਸੋ ਇਹਦੀ ਜੌਨ ਲਾਈਨਜ਼ ਇਹਦੀ ਪਰਿਭਾਸ਼ਾ ਕਰਦਾ ਹੈ ਕਿ ਸਿਮੈਂਟਿਕਸ ਜਾਂ ਅਰਥ ਵਿਗਿਆਨ ਕੀ ਹੈ। ਉਹਦੀ ਪਰਿਭਾਸ਼ਾ ਕਰਦਾ ਕਿ ਸਿਮੈਂਟਿਕਸ ਇਜ਼ ਏ ਸਾਇੰਟੀਫਿਕ ਸਟੱਡੀ ਆਫ ਮੀਨਿੰਗ। ਜਾਣੀ ਜਿਹੜਾ ਅਰਥ ਵਿਗਿਆਨ ਹੈ ਉਹ ਭਾਸ਼ਾ ਦੇ ਅਰਥਾਂ ਨਾਲ ਸੰਬੰਧਿਤ ਵਿਗਿਆਨ ਹੈ। ਇਸ ਤਰ੍ਹਾਂ ਉਹ ਅੱਗੇ ਜਾ ਕੇ ਹੋਰ ਵੀ ਗੱਲ ਕਰਦਾ ਹੈ ਕਿ ਜਿਹੜਾ ਇਹ ਸਿਮੈਂਟਿਕਸ ਸ਼ਬਦ ਹੈ, ਇਹ ਯੂਨਾਨੀ ਭਾਸ਼ਾ ਦੇ ਸ਼ਬਦ ਕਿਰਿਆ ਤੋਂ ਸ਼ਬਦ ਤੋਂ ਲਿਆ ਗਿਆ, ਟੂ ਸਿਗਨੀਫਾਈ। ਟੂ ਸਿਗਨੀਫਾਈ ਕੀ ਹੈ? ਸੰਕੇਤ ਕਰਨਾ। ਹੁਣ ਜਿੰਨਾ ਇਹਦੀ ਪਰਿਭਾਸ਼ਾ ਸਿੰਪਲ ਸਰਲ ਲੱਗਦੀ ਹੈ, ਲੇਕਿਨ ਜਿਹੜਾ ਭਾਸ਼ਾ ਦੇ ਅਰਥਾਂ ਦਾ ਮਸਲਾ ਉਹ ਇੰਨਾ ਸਿੰਪਲ ਸਧਾਰਨ ਨਹੀਂ ਹੈ। ਉਹਦਾ ਕਾਰਨ ਹੈ ਕਿ ਜਦੋਂ ਭਾਸ਼ਾ ਚਿੰਤਨ ਵਾਲੇ ਇਹ ਸਵਾਲ ਕਰਦੇ ਆ ਕਿ ਭਾਸ਼ਾ ਦੇ ਅਰਥਾਂ ਦਾ ਆਪਣਾ ਕੀ ਅਰਥ ਹੈ, ਤਾਂ ਜਦੋਂ ਇਹ ਸਵਾਲ ਕੀਤਾ ਜਾਂਦਾ ਕਿ ਉਹਦੇ ਆਪਣੇ ਅਰਥਾਂ ਦਾ ਕੀ ਅਰਥ ਹੈ, ਤਾਂ ਇਹ ਗਿਆਨ ਮੀਮਾਂਸਾ ਜਾਂ ਹੋਂਦ ਮੀਮਾਂਸਾ ਦਾ ਵਿਸ਼ਾ ਬਣ ਜਾਂਦਾ। ਗਿਆਨ ਮੀਮਾਂਸਾ ਜਿਹਦੇ ਵਿੱਚ ਗਿਆਨ ਬਾਰੇ ਗੱਲ ਹੁੰਦੀ ਹੈ, ਹੋਂਦ ਮੀਮਾਂਸਾ ਫਿਲਾਸਫੀ ਦੀ ਟਰਮ ਹੈ। ਸੋ ਇਸੇ ਤਰ੍ਹਾਂ ਸਿਮੈਂਟਿਕਸ ਯਾਨੀ ਅਰਥ ਵਿਗਿਆਨ ਬਾਰੇ ਸਮਾਜ ਵਿਗਿਆਨੀਆਂ ਨੇ ਵੀ ਗੱਲ ਕੀਤੀ ਆ, ਮਨੋਵਿਗਿਆਨੀਆਂ ਨੇ ਵੀ ਗੱਲ ਕੀਤੀ ਆ। ਉਹ ਇਹਨਾਂ ਸਾਰਿਆਂ ਨੇ ਅਰਥ ਦੇ ਮਸਲੇ ਨੂੰ ਸੁਲਝਾਉਂਦਿਆਂ ਇਹਨਾਂ ਉਲਝਾਤਾ। ਇਹਦੇ 'ਚ ਕੁਝ ਹੋਰ ਬੰਦਿਆਂ ਦੇ ਮੈਂ ਨਾਂ ਲਾਉਣਾ ਚਾਹੂੰਗਾ। ਇਹ ਬਰਟੰਡ ਰਸਲ ਹੈ, ਇਹ ਫਿਲਾਸਫਰ ਸੀ। ਵਿਟਜੈਂਸਨ, ਇਹ ਵੀ ਫਿਲਾਸਫਰ ਸੀ। ਕਾਰਨਾਪ, ਇਹ ਤਰਕ ਵਿਗਿਆਨੀ ਸੀ। ਇਹਨੇ ਵੀ ਜਿਹੜੀ ਅਰਥ ਵਿਗਿਆਨ ਦੇ ਅਰਥਾਂ ਬਾਰੇ ਗੱਲ ਕੀਤੀ ਆ। ਸੋ ਇਸੇ ਤਰ੍ਹਾਂ ਕੋਲਰ, ਇਹ ਮਨੋਵਿਗਿਆਨੀ ਸੀ। ਮਲਨੋਵਸਕੀ, ਇਹ ਮਾਨਵ ਵਿਗਿਆਨੀ ਸੀ। ਰਿਚਰਡ ਤੇ ਐਪਸਨ, ਇਹ ਅਲੰਕਾਰ ਵਿਗਿਆਨੀ ਸੀ। ਇਹਨਾਂ ਸਾਰਿਆਂ ਨੇ ਅਰਥ ਵਿਗਿਆਨ ਬਾਰੇ ਗੱਲ ਕੀਤੀ ਆ। ਸੋ ਹੁੰਦਾ ਕੀ ਆ ਕਿ ਇਹ ਸਾਰੇ ਅਰਥ ਵਿਗਿਆਨ ਦੇ ਮਸਲੇ ਨੂੰ, ਅਰਥ ਚਿੰਤਨ ਦੇ ਮਸਲੇ ਨੂੰ ਸੁਲਝਾਉਂਦੇ ਇੰਨਾ ਉਲਝਾ ਦਿੰਦੇ ਆ ਕਿ ਫਿਰ ਜਦੋਂ ਅੱਗੇ ਜਾ ਕੇ 19ਵੀਂ ਸਦੀ 'ਚ ਸਰਚਨਾਵਾਦੀ ਭਾਸ਼ਾ ਵਿਗਿਆਨ ਆਉਂਦਾ, ਸੋ ਉਹਦੇ 'ਚ ਜੌਨ ਲਾਈਨਜ਼ ਇਹ ਗੱਲ ਕਰਦਾ, ਕਿਉਂਕਿ ਇਹ ਸਾਰਾ ਮਸਲਾ ਇੰਨਾ ਜ਼ਿਆਦਾ ਉਲਝ ਜਾਂਦਾ ਤੇ ਜੌਨ ਲਾਈਨਜ਼ ਨੂੰ ਇਹ ਕਹਿਣਾ ਪੈਂਦਾ ਕਿ ਅਰਥ ਵਿਗਿਆਨ ਤਾਂ ਭਾਸ਼ਾ ਵਿਗਿਆਨ ਦਾ ਵਿਸ਼ਾ ਹੈ ਹੀ ਨਹੀਂ, ਇਹਨੂੰ ਬਾਹਰ ਕੱਢ ਦੇਣਾ ਚਾਹੀਦਾ। ਜੇ ਭਾਸ਼ਾ ਵਿਗਿਆਨ ਨੇ ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨਾ ਤਾਂ ਅਰਥ ਵਿਗਿਆਨ ਨੂੰ ਵਿੱਚ ਨਹੀਂ ਰੱਖਣਾ ਚਾਹੀਦਾ। ਉਹਦਾ ਕਾਰਨ ਇਹ ਸੀ ਕਿ ਇੰਨੇ ਸਾਰੇ ਬੰਦੇ, ਕੋਈ ਫਿਲਾਸਫਰ, ਮਨੋਵਿਗਿਆਨੀ, ਸਮਾਜ ਵਿਗਿਆਨੀ, ਇਹ ਅਰਥ ਦੇ ਮਸਲੇ ਨੂੰ ਵੱਖੋ ਵੱਖਰੀਆਂ ਦਿਸ਼ਾਵਾਂ ਦਿੰਦੇ ਇਹਨਾਂ ਉਲਝਾ ਦਿੰਦੇ ਆ ਕਿ ਉਹਨੂੰ ਇਹ ਗੱਲ ਜਾ ਕੇ ਅੱਗੇ ਕਰਨੀ ਪੈਂਦੀ ਆ। ਹਾਲਾਂਕਿ ਇਹਨਾਂ ਦੇ ਨਾਲ ਕੁਝ ਜਿਹੜੇ ਭਾਸ਼ਾ ਵਿਗਿਆਨੀ ਆ ਉਹ ਵੀ ਚੱਲਦੇ ਆ। ਉਹ ਰਿਚਰਡ ਤੇ ਔਕਡਨ, JR ਫਰਥੋਨਮਾਨ, ਇਹ ਉਹ ਬੰਦੇ ਆ ਜਿਹੜੇ ਭਾਸ਼ਾ ਵਿਗਿਆਨੀ ਸੀਗੇ, ਜਿਹੜੇ ਭਾਸ਼ਾ ਦੇ ਅਰਥਾਂ ਬਾਰੇ ਗੱਲ ਨਾਲ ਕਰ ਰਹੇ ਸੀ। ਇਹ ਸਾਰੀਆਂ ਗੱਲਾਂ ਬਾਤਾਂ ਇੱਕ ਟਾਈਮ ਦੇ ਵਿੱਚ ਇਕੱਠੀਆਂ ਚੱਲਦੀਆਂ। ਹੁਣ ਲੇਕਿਨ ਜਦੋਂ ਇਹ ਗੱਲ ਜੌਨ ਲਾਈਨਜ਼ ਕਹਿ ਦੇਣਗੇ ਭਾਸ਼ਾ ਅਰਥ ਵਿਗਿਆਨ ਨੂੰ ਬਾਹਰ ਕੱਢ ਦੇਣਾ ਚਾਹੀਦਾ ਭਾਸ਼ਾ ਵਿਗਿਆਨ ਦੇ ਖੇਤਰ ਤੋਂ, ਲੇਕਿਨ ਇਹ ਬੰਦੇ ਗੱਲ ਸਵੀਕਾਰ ਨਹੀਂ ਕਰਦੇ ਕਿ ਭਾਸ਼ਾ ਦੇ ਖੇਤਰ 'ਚੋਂ ਜੇ ਅਰਥ ਵਿਗਿਆਨ ਨੂੰ ਬਾਹਰ ਕੱਢਦੇ ਹਾਂ ਤਾਂ ਭਾਸ਼ਾ ਦਾ ਸਹੀ ਜਿਹੜਾ ਐਨਾਲਿਸਿਸ, ਉਹਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਸੋ ਫਿਰ ਅੱਗੇ ਜਾ ਕੇ ਚੋਮਸਕੀ 1957-65 ਦੇ ਵਿੱਚ ਇਹ ਵੀ ਗੱਲ ਕਰਦਾ। ਸੋ ਇਹ ਗੱਲ ਕਰਦਾ ਅਰਥ ਵਿਗਿਆਨ ਨੂੰ ਪਹਿਲਾਂ ਅਸਲ ਦੇ ਵਿੱਚ ਵਿਆਕਰਨ ਦਾ ਭਾਗ ਨਹੀਂ ਸੀ ਮੰਨਿਆ, ਉਹਨੇ ਫਿਰ 3 ਹਿੱਸੇ ਜਿਹੜੇ ਇਹਦੇ ਕਰ ਲਏ ਕਿ ਧੁਨੀ,
रूप ते अर्थ इन्हां नाल भाषा बनती है, इन्हां तो बिना भाषा संभव नहीं है। सो वो अपनी रुबांतरी व्याकरण दे विच तिन्नां नूं इहनूं मिला लैंदा। तो फिर ये गल चलन लग पैंदी है कि जिहड़ा ये अर्थ विग्यान है ये भाषा विग्यान दी ही एक शाखा है, इहनूं वखरा नहीं किया जा सकता। धुनी, रूप ते अर्थ ये तिन्ने इनसैपरेबल ने, इन्हां तो इन्हां नूं अलग अलग करके भाषा का सही एनालिसिस या अध्ययन नहीं किया जा सकता। सो फिर अगे जाके संरचनावादी भाषा विग्यान दे विच सोसियोर ये बंदे जिहड़े रिचर्ड ऑकडन, फर्थ हुनमान, इन्हां दे नाल एक होर बंदा ये आलोचना करते हैं उपरले सारे बंदियां दी, फिलासफरां दी, तर्क विग्यानियां दी, मनोविग्यानियां दी आलोचना करते हैं। इन्हां दे नाल कई बंदे जुड़ जाते हैं भी नहीं, भाषा विग्यान विच अर्थ विग्यान नूं सम्मिलित रखना पेगा, इहनूं वख नहीं किया जा सकता। जे वख करांगे तां भाषा का सही अध्ययन नहीं किया जा सकता। सो इस तरह फिर भाषा दे जिहड़े आ तीन रूप मान लए जाते हैं कि एक धुनी, रूप ते अर्थ, धुनी विग्यान, रूप विग्यान ते अर्थ विग्यान। तो ये तिन्नां नूं मन के कि इन्हां तिन्नां नाल ही भाषा संभव है, तिन्नां तो बिना भाषा का सही तरीके नाल अध्ययन नहीं किया जा सकता। सो फिर अगे एक मसला होर खड़ा हो जाता। वो की मसला कि जदों असी ये गल कहने कि धुनी, रूप ते अर्थ ये तिन्ने भाषा विग्यान के विषय है, भाषा विग्यान के ही अंग है, तो फिर इन्हां चों पहला अंग मन्निया किहनूं जावे, धुनी नूं मन्निया जावे, रूप नूं जां अर्थ नूं। ये फिर मनोविग्यानियों ने एक नवीं तरह का एक पेश समस्या आई। वो की कि पहला धुनी है, रूप है जां अर्थ है। सो अध्ययन तो पता लग्या कि बंदा जदों कोई शब्द वाक बोलदा तां उहदे पहलां उहदे दिमाग 'च विचार आ जांदे आ, ख्याल आ जांदे आ। सो जिहड़े ख्याल है जां ये विचार है ये भी फिर अर्थ ने। सो जानी इहदा मतलब ये होया कि अर्थ पहलां आ जांदा। सो जे अर्थ पहला आ जाता है तो फिर अर्थ नूं पहले जिहड़ी पहले स्थान ते किस नूं रखिया जावे। सो फिर इहदे च भी फिर अगे जाके जिहड़े संरचनावाद दे विच ये जिहड़े बंदे जे.आर. फर्थ, हुनमान, इन्हां ने कहा भी देखो ये है कि भाषा इसे करके तो एक कंपलैक्स सिस्टम है, एक गुंझलदार वरतारा है। इहदे च इहनूं सीधे सीधे तौर पर जे देखांगे फिर इस तरह दा इहदा उस तरह का अध्ययन नहीं किया जा सकता। सो फिर जानी पहले पद्धर ते जानी धुनी जिहड़ी है धुनी विग्यान नूं रखिया गया, क्योंकि अचल दे विच बंदा पहला धुनियां नूं शब्दां 'च बदलदा, तो शब्दां तो फिर वाक बनते हैं, वाकां तो फिर अगे उन्हां दे जिहड़े अर्थ इस तरह ग्रहण करदा। सो फिर ये मान लिया गया कि ये तिन्ने शिखावां ने, तिन्ने शिखावां तो बिना भाषा विग्यान का सही तरीके नाल चिंतन नहीं किया जा सकता। इन्हां नूं अलग अलग करांगे तां इन्हां दे जिहड़े सही अर्थ नहीं हो सकणगे। सो फिर अगे जाके एक F.H. जॉर्ज है, इहदी किताब है सिमेंटिक्स, एक चंगी किताब है। वो ये गल करदा है, की गल करदा है कि हर वो चिन्ह ते प्रतीक अर्थ विग्यान जिहड़ी कोई भी वस्तु जिहड़ी चिन्ह ते प्रतीक के तौर पर वर्गीकृत हुंदी है वो अर्थ विग्यान के अर्थ चिंतन के घेरे च आ जाती है। वो फिर अगे जाके वो ये भी गल करदा है कि ये जिहड़े प्रतीक ने ये भाषाई भी हो सकते हैं, गैर भाषाई भी, सभ्याचारक भी हो सकते हैं। तो इन्हें मेन जिहड़ी इस बंदे ने गल कीती वो ये कि इन्हें ना अगे अर्थ के मसले नूं सुलझाउण लई तीन हिस्सिਆਂ ਦੇ ਵਿੱਚ ਇਹਨੂੰ ਵੰਡ ਲਿਆ अर्थ नूं, ਇਹਦੇ चिंतन नूं। एक ਇਹਨੇ ਕੀਤਾ कि अर्थ विग्यान, वाक विग्यान ते प्रकरण विग्यान। वो ये तीन हिस्सिਆਂ 'ਚ यानी ਇਹਨੂੰ ਵੰਡ के वो गल करदा कि देखो जदों वाक 'ਚ शब्द हुंदे आ ਉਹਦੇ अर्थ वक्री तरह के होंगे, जो वाक तो बाहर कढ़ दें वो वक्री तरह के बन जाते हैं। सो फिर प्रकरण जानी संदर्भ कि वाकां दा कोई ना कोई जिहड़े वाक शब्द वाकां च सही अर्थ नहीं देंदे, वो कई बारी उन्हां दा संदर्भ भी हुंदा। संदर्भ जानी कि वाक कंटैस्ट दे विचों, संदर्भ दे विचों भी नवीं तरह के अर्थ ग्रहण कर लैंदे आ। सो ये बंदे ने फिर कोशिश इहदी जिहड़ी मेन रही, एक अगे जाके इन्हें अपनी किताब सिमेंटिक्स एंड च लिखदा है कि भाषा विग्यान
ਦੇ ਵਿੱਚ अर्थ विग्यान एक बहुत जरूरी शाखा। तो यही गल उदों बाद जाके JR फर्थ भी अपनी किताब च करदा कि भाषा नूं तुसीं अर्थ विग्यान नूं भाषा के खेत्र तो बाहर नहीं कर सकते, जिवें जॉन लाइन च गल करदा। सो एक तरह का विवाद जिहड़ा 19वीं सदी च पिया। सो 19वीं सदी इसे गल करके इहदे च कोई जिहड़ी सिद्धांतक शाखा जां इहदा चौखटा अर्थ विग्यान का वो नहीं बन सकिया। उसका कारण ये सी कि इन्ने ज़्यादा दिशावां च गल फैल गई, इन्ने ज़्यादा बंदियां ने ये बारे गल की कि इहनूं एक सिद्धांतक शाखा वजों मानता नहीं मिली। फिर उदों बाद 1950 तो बाद जो भाषा विग्यानी ये रमान ऑकडन, रिचर्ड और रमान पोस्टर ये गल करते हैं, तो इन्हां ने फिर 1950 तो बाद ये जिहड़ी एक शाखा है प्रॉपर एक अनुशासन के तौर पर, सो ये जानी डिवेलप होंदी आ, अगे विकसित होंदी। जिस तरह आपां मुੱਢ च गल कीती सी कि जिहड़ा भारती चिंतन है ਉਹਦੇ ਵਿੱਚ अर्थ बारे काफ़ी गंभीर अध्ययन होया। सो भारत ਦੇ ਵਿੱਚ एक पासे ਤਾਂ व्याकरणी ਸੀਗੇ, दूजे पासे ये धार्मिक संप्रदावां ਜਿਹਨੂੰ सिक्स स्कूल ऑफ स्टडी ਕਿਹਾ ਜਾਂਦਾ, सो ये इन्हां ਦੇ ਬੰਦੇ ਸੀਗੇ। सो इन्हां ने कि अर्थ का जिहड़ा शब्द का स्वरूप की हुंदा, शब्द की परिभाषा की कीती जा सकती है, शब्दां दा अर्थां नाल की संबंध हुंदा, शब्द जो व्याकरण का हिस्सा बनते हैं जां व्याकरण के हिस्से विच वो की बन जाते हैं जां की होण दी संभावना हो सकती है। सो यानी इस तरह इन्हां विच गलबात हुंदी रही है। वो मुख तौर पर जिहड़ा भारती चिंतन है वो अर्थां दे आधार अर्थां दे अध्ययन करदा, इन्हां नूं दो पक्षां च वंड लैंदा। एक हैगा खंड सिद्धांत, एक अखंड सिद्धांत है। अर्थां दे दो पक्ष मनदे आ, वो खंड सिद्धांत ते अखंड सिद्धांत। वो जिहड़ा खंड सिद्धांत है इहदी जिहड़ी प्रौढ़ता है वो यास्क मुनि करदा। वो एक्चुअली वो शब्द नूं वो पद कहंदा, पद नूं वो कहंदा कि ये सुतंत्र इंडिपेंडेंट इकाई है। वो किसी भाषा की जिहड़ी समुची शब्दावली आ उन्होंने फिर अगे जाके चार हिस्सों च वंड लैंदा। वो चार हिस्से किहड़े आ? नाम, अख्यात, उपसर्ग ते निपात। वो ये चार हिस्सों च किसी भाषा की समुची शब्दावली नूं वंड के इहदा अध्ययन करदा। जिन्हां नूं अजकल असीं नाम पड़नाम संबंधक विशेषण ये इस तरह दियां अगे 8 श्रेणियां च वंड के गल करदे आ। विशेषण, क्रिया विशेषण, ये जिहड़े तो उस समय उन्हें चार हिस्सों च इनू वंडिया। सो फिर वो अगे जाके जो पाणिनी ने फिर उन्हें चार च वंडिया सी, पाणिनी अगे इन्हों दो ही हिस्सों च वंडदा, सबंत ते तगंत च। सो ये एक्चुअल दे विच जिहड़ा खंड सिद्धांत है वो ये है कि ये की है कि ये जिहड़ा भरत यास्क मुनि सी एक्चुअल दे विच ये शब्द नूं प्रथम शक्ति मनदा, शब्द नूं प्रथम शक्ति मनदा ते वाक नूं दुजैली शक्ति मनदा। ਉਹਦਾ भाव ये सी कि पहला शब्द हुंदे आ जिन्हों वो पद कहंदा है कि पहला शब्द हुंदे आ, वाक बाद च हुंदे आ। यानी शब्द प्रथम चीज़ है, वाक दुजैली सिरजना। लेकिन दूजे पासे जिहड़ा अखंड सिद्धांत है इहदी प्रौढ़ता जिहड़ी है वो भरतरी हरी करदा, वाकफ दी ओहदा जिहड़ा ग्रंथ है उहदे च गल करदा। सो वो एक्चुअल दे विच वाक नूं उक्ति कहंदा, उक्ति वाक लई जिन्हों अज मॉडर्न लिंग्विस्टिक दे विच असीं पंजाबी दे विच उचार शब्द उहदे लई वरतदे आ, अंग्रेजी विच एंट्रेंस है। तो यानी उक्ति कहंदा वो इसनूं। तो फिर की आ वो इहदे च गल की करदा अखंड सिद्धांत च, वो गल करदा कि जिहड़ी वाक है वो बेसिक चीज़ है, शब्द बाद च अखंड है। भाव कि शब्द जो वाक च विचरदे आ उन्हां नूं तुसीं अलग नहीं कर सकते, अखंड हो जाते आ, उन्हां दी संधि हो जाती है। और जो संधि हो जाती है तो वो इस तरह होंगे जे तुसीं उन्हां नूं वाक तो बाहर कढोगे वो उस तरह के अर्थ नहीं देणगे जिस तरह के वाक च दिंदे आ। सो यानी वो वाक नूं बेसिक चीज़ मनदा, वाक बेसिक सतह, वाक एक सतह है जिहदे तो बिना अर्थां दा जिहड़ा सही संचार नहीं हो सकता। सो बिल्कुल सेम इस तरह की गल मॉडर्न लिंग्विस्टिक अगे जाके चमस्की भी करदा। वो भी कहता कि बंदा वाकां च ही सोचदा, वाकां च ही बोलदा।
ਤੋ ਇਹ ਜਿਹੜਾ ਭਰਤਰੀ ਹਰੀ ਆ ਇਹ ਵੀ ਇਹ ਗੱਲ ਕਰਦਾ ਕਿ ਪਹਿਲਾਂ ਜਦੋਂ ਭਾਸ਼ਾ ਦਾ ਜਨਮ ਹੋਇਆ ਬੇਸ਼ੱਕ ਬੰਦੇ ਨੇ ਉਦੋਂ ਸ਼ਬਦ ਬੋਲੇ, ਲੇਕਿਨ ਉਹ ਇੱਕ ਸ਼ਬਦ ਵੀ ਵਾਕ ਬਰਾਬਰ ਸੀਗਾ। ਇਸ ਲਈ ਇਹ ਗੱਲ ਕਹਿੰਦੇ ਆ ਕਿ ਵਾਕ ਮੇਨ ਚੀਜ਼ ਆ, ਬੇਸਿਕ ਚੀਜ਼ ਵਾਕ ਹੈ, ਤੇ ਜਿਹੜਾ ਸ਼ਬਦ ਆ ਉਹਦਾ ਉਦੋਂ ਦੂਜੇਲੀ ਸਰਜਣਾ ਦੂਜੇ ਪੱਧਰ ਦੀ ਚੀਜ਼ ਆ, ਵਾਕ ਮੇਨ ਚੀਜ਼ ਆ। ਸੋ ਯਾਨੀ ਇਸ ਤਰ੍ਹਾਂ ਦਾ ਜਿਹੜਾ ਚਿੰਤਨ ਭਾਰਤੀ ਜਿਹੜਾ ਅਰਥ ਸਿਧਾਂਤ ਆ ਉਹਦੇ 'ਚ ਹੁੰਦਾ ਆ ਕਿ ਬੇਸਿਕ ਚੀਜ਼ ਕੀ ਆ। ਉਹ ਪਹਿਲੇ ਬੰਦੇ ਅਖੰਡ ਸਿਧਾਂਤ ਵਾਲੇ ਮੰਨਦੇ ਆ ਕਿ ਬੇਸਿਕ ਚੀਜ਼ ਜਿਹੜੀ ਸ਼ਬਦ ਹੈ, ਲੇਕਿਨ ਅਖੰਡ ਸਿਧਾਂਤ ਵਾਲੇ ਮੰਨਦੇ ਆ ਕਿ ਬੇਸਿਕ ਚੀਜ਼ ਜਿਹੜੀ ਆ ਵਾਕ ਆ। ਵਾਕ ਯਾਨੀ ਇਹਨੂੰ ਇਹ ਜ਼ਰੂਰੀ ਹੈ ਜਾਣਨਾ ਕਿ ਭਰਤਰੀ ਹਰੀ ਇਹਦੇ ਲਈ ਉਕਤੀ ਸ਼ਬਦ ਵਰਤਦਾ, ਉਕਤੀ। ਸੋ ਇੱਥੋਂ ਪਿੱਛੋਂ ਜਾ ਕੇ ਨਾ ਜਦੋਂ ਮਗਰ ਕਾਫੀ ਲੰਮੇ ਸਮੇਂ ਦੇ ਬਾਅਦ ਉਹ ਭਰਤਰੀ ਹਰੀ ਦਾ ਚਿੰਤਨ ਜਿਹੜਾ ਉਹ ਕਰਦਾ ਅਰਥ ਦੇ ਖੇਤਰ ਦੇ ਵਿੱਚ, ਉਹ ਮਗਰੋਂ ਜਾ ਕੇ ਉਹ ਇਹ ਗੱਲ ਸਵੀਕਾਰ ਕਰਦਾ ਕਿ ਜਿਹੜੇ ਖੰਡ ਤੇ ਅਖੰਡ ਸਿਧਾਂਤ ਨੇ ਇਹ ਦੋਨੇ ਜ਼ਰੂਰੀ ਆ। ਸੋ ਫਿਰ ਉਹ ਇਹਨਾਂ ਨੂੰ ਥਿਊਰੀ ਦੇ ਰੂਪ ਵਿੱਚ ਪੇਸ਼ ਕਰਦਾ। ਸੋ ਇਸੇ ਤੋਂ ਥਿਊਰੀ ਦੇ ਰੂਪ ਵਿੱਚ ਪੇਸ਼ ਕੀ ਕਰਦਾ, ਥਿਊਰੀ ਦੇ ਰੂਪ ਵਿੱਚ ਉਹ ਸਫੋਟ ਸਿਧਾਂਤ ਦਿੰਦਾ, ਸਫੋਟ ਸਿਧਾਂਤ। ਉਹ ਬਾਅਦ ਦੇ ਵਿੱਚ ਜਿਹੜੇ ਨਿਆਇ ਸ਼ਾਸਤਰ ਵਾਲੇ ਬੋਧੀ ਸੀਗੇ ਉਹਨਾਂ ਨੇ ਵੀ ਇਸ ਚਿੰਤਨ ਦੇ ਵਿੱਚੋਂ ਜਿਹੜੀ ਨਵੀਂ ਗੱਲ ਕੱਢ ਕੇ ਲੈ ਕੇ ਆਂਦੀ, ਉਹਨਾਂ ਨੇ ਇਹ ਲੈ ਕੇ ਆਂਦੀ, ਉਹਨਾਂ ਨੇ ਫਿਰ ਅਪੋਹ ਸਿਧਾਂਤ ਬਣਾਇਆ। ਜਿਸ ਤਰ੍ਹਾਂ ਭਰਤਰੀ ਹਰੀ ਦਾ ਸਪੋਰਟ ਸਿਧਾਂਤ ਸੀ, ਬੋਧੀਆਂ ਨੇ ਅਪੋਹ ਸਿਧਾਂਤ ਬਣਾਇਆ। ਬੰਦਾ ਐਕਚੁਅਲ ਦੇ ਵਿੱਚ ਅਰਥ ਗ੍ਰਹਿਣ ਕਿਵੇਂ ਕਰਦਾ, ਸਪੋਰਟ ਸਿਧਾਂਤ ਦੇ ਵਿੱਚ ਹੋਰ ਤਰ੍ਹਾਂ ਦੀ ਗੱਲ ਹੈ, ਅਪੋਹ 'ਚ ਹੋਰ ਤਰ੍ਹਾਂ ਦੀ ਗੱਲ ਹੈ। ਸੋ ਫਿਰ ਅੱਗੇ ਜਾ ਕੇ ਆਨੰਦਵਰਧਨ ਵੀ ਇਹਦੇ ਬਾਰੇ 'ਚ ਗੱਲ ਕਰਦਾ। ਉਹ ਫਿਰ ਅੱਗੇ 3 ਹਿੱਸਿਆਂ 'ਚ ਵੰਡ ਦਿੰਦਾ ਇਸ ਨੂੰ। ਉਹਦਾ ਸਿਧਾਂਤ ਜਿਹੜਾ ਧਵਨੀ ਸਿਧਾਂਤ ਹੈ, ਧਵਨੀ ਸਿਧਾਂਤ ਦੇ ਵਿੱਚ ਫਿਰ ਉਹ ਅਭਿਧਾ, ਲਕਸ਼ਣਾ, ਵਿਅੰਜਨਾ ਇਹਦੇ ਬਾਰੇ ਗੱਲ ਕਰਦਾ। ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਸੋ ਫਿਰ ਅੱਗੇ ਜਾਣੀ ਇਹ ਜਿਹੜੀ ਸਿਧਾਂਤ ਰੂਪ 'ਚ ਜਿਹੜੀ ਗੱਲ ਹੁੰਦੀ ਆ ਉਹ ਥਿਊਰੀ ਆਫ ਸਫੋਟਾ ਬਣ ਜਾਂਦੀ ਆ ਜਿਹੜੀ ਭਰਤਰੀ ਹਰੀ ਦਿੰਦਾ। ਥਿਊਰੀ ਆਫ ਅਪੋਹਾ ਬਣ ਜਾਂਦੀ ਹੈ ਜਿਹੜੀ ਬੋਧੀਆਂ ਨੇ ਦਿੱਤੀ ਆ। ਫਿਰ ਇਸੇ ਤਰ੍ਹਾਂ ਥਿਊਰੀ ਆਫ ਧਵਨੀ, ਇਹ ਖੰਡ ਸਿਧਾਂਤ ਤੇ ਅਖੰਡ ਸਿਧਾਂਤ ਦੇ ਅਧਿਐਨ 'ਚੋਂ ਨਿਕਲ ਕੇ ਅੱਗੇ ਫਿਰ ਇਹ ਇਸ ਤਰ੍ਹਾਂ ਦੇ ਜਿਹੜੀਆਂ ਥਿਊਰੀਆਂ ਡਿਵੈਲਪ ਹੁੰਦੀਆਂ। ਸੋ ਇਹਨਾਂ ਨੂੰ ਥਿਊਰੀ ਆਫ ਸੁਜੈਸ਼ਨ ਜੀ ਵੀ ਕਿਹਾ ਜਾਂਦਾ। ਇਹ ਇੰਡੀਅਨ ਥਿਊਰੀ ਆਫ ਮੀਨਿੰਗ ਨੇ, ਯਾਨੀ ਭਾਰਤੀ ਅਰਥ ਸਿਧਾਂਤ ਬਾਰੇ ਥਿਊਰੀਆਂ ਨੇ। ਸੋ ਬੋਧੀਆਂ ਨੇ, ਵਿਦਾਂਤ ਤੇ ਨਿਆਇ ਸ਼ਾਸਤਰ, ਸਾਂਖਿਆ, ਇਹਨਾਂ ਨੇ ਸਾਰਿਆਂ ਨੇ ਇਹਦੇ ਬਾਰੇ 'ਚ ਜਿਹੜੀ ਹੈ ਚਰਚਾ ਕੀਤੀ ਆ। ਸੋ ਫਿਰ ਅੱਗੇ ਸਾਂਖਿਆ ਤੇ ਵਿਦਾਂਤੀ ਇਹਦੇ ਵਿੱਚ ਅੱਗੇ ਚੱਲ ਕੇ ਗੱਲ ਹੁੰਦੀ ਆ ਕਿ ਐਕਚੁਅਲ ਦੇ ਨਾ ਰੌਲਾ ਚੱਲਦਾ ਜਾ ਕਿ ਅਰਥ ਸ਼ਕਤੀ ਕਿੱਥੇ ਹੁੰਦੀ ਆ। ਤੋ ਜਿਹੜੇ ਸਾਂਖਿਆ ਤੇ ਵਿਦਾਂਤੀ ਵਾਲੇ ਸੀ ਇਹ ਕਹਿੰਦੇ ਸੀ ਵੀ ਅਰਥ ਸ਼ਕਤੀ ਵਸਤੂਆਂ 'ਚ ਹੁੰਦੀ ਹੈ। ਵਸਤੂ ਜਿਹੜੀ ਆ ਉਹ ਆਪਣੇ ਨਾਲ ਲੈ ਕੇ ਆਉਂਦੀ ਆ ਅਰਥ। ਕੋਈ ਜਿਵੇਂ ਚਿੜੀ ਆ, ਕਾਂ ਹੈ, ਇਹ ਜਦੋਂ ਪੈਦਾ ਹੁੰਦੇ, ਪੈਦਾ ਹੋਣ ਸਾਰੀ ਅਰਥ ਸ਼ਕਤੀ ਇਹਨਾਂ ਦੇ ਨਾਲ ਆ ਜਾਂਦੀ ਹੈ। ਲੇਕਿਨ ਫਿਰ ਅੱਗੇ ਜਿਹੜੇ ਇਹਨਾਂ ਦੇ ਵਿੱਚ ਵਿਦਾਂਤੀ ਤੇ ਸਾਂਖਿਆ ਦੇ ਵਿੱਚ ਦੀਕਸ਼ਤ ਤੇ ਬਾਨ ਭੱਟ ਦੋ ਬੰਦੇ ਹੋਏ, ਉਹ ਇਹਨਾਂ ਨੇ ਗੱਲ ਕੀਤੀ ਕਿ ਨਹੀਂ, ਅਰਥ ਸ਼ਕਤੀ ਜਿਹੜੀ ਆ ਉਹ ਵਸਤੂਆਂ 'ਚ ਨਹੀਂ ਹੁੰਦੀ, ਸ਼ਬਦਾਂ 'ਚ ਹੁੰਦੀ ਹੈ। ਸੋ ਸ਼ਬਦਾਂ ਦੇ ਜਿਹੜੇ ਜਦੋਂ ਉਚਾਰਨ ਕੀਤਾ ਜਾਂਦਾ ਬੰਦੇ ਦੇ ਦਿਮਾਗ 'ਚ ਅਰਥ ਆ ਜਾਂਦੇ ਆ। ਸੋ ਜਾਣੀ ਇਹ ਵੀ ਫਿਰ ਅੱਗੇ ਇੱਕ ਝਗੜੇ ਵਾਲੀ ਜਾਂ ਇੱਕ ਇਹ ਕਹਿ ਲਓ ਕਿ ਇੱਕ ਵਿਚਾਰ ਵਿਮਰਸ਼ ਵਾਲੀ ਗੱਲ ਹੁੰਦੀ ਰਹੀ ਆ ਕਿ ਐਕਚੁਅਲ ਦੇ ਵਿੱਚ ਅਰਥ ਸ਼ਕਤੀ ਕਿੱਥੇ ਆ। ਤਾਂ ਫਿਰ ਇਹਦੇ ਵਿੱਚੋਂ ਅੱਗੇ ਜਿਹੜੀਆਂ ਆਪਾਂ ਥਿਊਰੀਆਂ ਦੇ ਬਾਰੇ ਗੱਲ ਕਰਨੀ ਆ, ਥਿਊਰੀ ਆਫ ਅਪੋਹਾ, ਸਫੋਟ ਤੇ ਅਪੋਹ ਤੇ ਧਵਨੀ, ਅੱਗੇ ਜਾ ਕੇ ਇਹਨਾਂ ਦੇ ਵਿੱਚ ਫਿਰ ਇਹ ਸਿਧਾਂਤ ਜਦੋਂ ਬਣ ਜਾਂਦਾ ਫਿਰ ਗੱਲ ਅੱਗੇ ਜਾ ਕੇ ਕਲੀਅਰ ਹੁੰਦੀ ਹੈ ਕਿ ਦਰਅਸਲ ਕਿੱਥੇ ਪਈ ਆ ਅਰਥ ਸ਼ਕਤੀ। ਅਸੀਂ ਇਹਨਾਂ ਤਿੰਨਾਂ ਭਾਰਤੀ ਅਰਥ ਚਿੰਤਨ ਜਿਹੜੇ ਤਿੰਨੇ ਸਿਧਾਂਤ ਆ ਇਹਨਾਂ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਜਾਣਦੇ ਹਾਂ। ਪਹਿਲਾ ਅਪੋਹ ਸਿਧਾਂਤ ਹੈ। ਅਪੋਹ ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਅਰਥ ਹੈ ਨਕਾਰਨਾ। ਇਹ ਨਿਆਏ ਸ਼ਾਸਤਰ ਦਾ ਸਿਧਾਂਤ ਹੈ ਤੇ ਬੋਧੀਆਂ ਦੀ ਦੇਣ ਮੰਨਿਆ ਜਾਂਦਾ। ਉਹ ਕੀ ਕਹਿੰਦੇ ਆ ਇਹਦੇ ਬਾਰੇ, ਅਪੋਹ ਸਿਧਾਂਤ ਬਾਰੇ ਜਿਹੜੇ ਬੋਧੀ ਆ ਉਹ ਕਹਿੰਦੇ ਵੀ ਜਿਹੜਾ ਅਰਥ ਹੈ ਉਹ ਕਿਵੇਂ ਪੈਦਾ ਹੁੰਦਾ, ਨਕਾਰਨ ਨਾਲ। ਉਹਦਾ ਮਤਲਬ ਇਹ ਹੋਇਆ ਕਿ ਬੰਦਾ ਜਿਹੜਾ ਅਰਥ ਗ੍ਰਹਿਣ ਕਰਦਾ ਹੈ ਕੋਈ ਕਿਸੇ ਸ਼ਬਦ ਦਾ, ਉਹ ਉਹਦੇ ਨਕਾਰਾਤਮਕ ਸੁਭਾਅ 'ਚ ਪਿਆ ਹੁੰਦਾ, ਸ਼ਬਦਾਂ ਦੇ ਨਕਾਰਾਤਮਕ ਸੁਭਾਅ 'ਚ। ਇਹਦਾ ਭਾਵ ਇਹ ਹੋਇਆ ਕਿ ਸ਼ਬਦਾਂ ਦਾ ਵਸਤੂ ਯਥਾਰਥ ਨਾਲ ਕੋਈ ਸੰਬੰਧ ਨਹੀਂ ਹੈ। ਜਿਵੇਂ ਇੱਕ ਸ਼ਬਦ ਚਿੜੀ ਆ, ਇੱਕ ਵਸਤੂ ਚਿੜੀ ਆ,
ਇਹਨਾਂ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ, ਬਲਕਿ ਇਹਦਾ ਜਿਹੜਾ ਸੰਬੰਧ ਹੈ ਉਹ ਨਕਾਰਨ 'ਚ ਪਿਆ, ਉਹ ਇਹਨੂੰ ਕਾਰਜ ਕਾਰਨ ਆਧਾਰਿਤ ਸੰਬੰਧ ਦੱਸਦੇ ਆ। ਅੱਗੇ ਚੱਲ ਕੇ ਉਹ ਕਹਿੰਦੇ ਆ ਕਿ ਜਿਹੜਾ ਸ਼ਬਦ ਆ ਉਹ ਸੱਤਿਆ ਨਹੀਂ, ਸੱਤਿਆ ਦਾ ਪ੍ਰਤੀਬਿੰਬ ਹੈ, ਭਾਵ ਇਹ ਤਾਂ ਇੱਕ ਪਰਛਾਵਾਂ, ਅਸਲ ਚੀਜ਼ ਨਹੀਂ ਹੈ। ਜਾਣੀ ਬੰਦਾ, ਫਿਰ ਉਹ ਕਹਿੰਦੇ ਆ ਕਿ ਬੰਦਾ ਜਿਹੜਾ ਉਹ ਅਰਥਾਂ ਨੂੰ ਤਰਕ ਤੇ ਵਿਕਲਪਾਂ ਰਾਹੀਂ ਅੱਗੇ ਕੁਛ ਵਿਕਲਪਾਂ ਨੂੰ ਨਕਾਰਦਾ, ਕੁਛ ਨੂੰ ਉਹ ਸਵੀਕਾਰ, ਇਸ ਤਰ੍ਹਾਂ ਉਹ ਅਰਥ ਜਿਹੜੇ ਆ ਬਣਾ ਲੈ ਗ੍ਰਹਿਣ ਕਰਦਾ। ਇਸ ਤਰ੍ਹਾਂ ਬੋਧੀਆਂ ਨੇ ਜਿਹੜਾ ਮੇਨ ਉਹਨਾਂ ਦਾ ਨਕਾਰਨ ਦਾ ਸਿਧਾਂਤ ਹੈ। ਅਪੋਹ, ਇਹਦਾ ਵੈਸੇ ਮੁੱਢਲਾ ਜਿਹੜਾ ਅਰਥ ਹੈ ਤਰਕ ਵਿਤਰਕ ਕਰਨਾ ਸੀਗਾ ਅਪੋਹ ਦਾ, ਲੇਕਿਨ ਬਾਅਦ ਦੇ ਵਿੱਚ ਇਹਦਾ ਜਿਹੜਾ ਨਕਾਰਨ ਦੇ ਅਰਥਾਂ ਵਿੱਚ ਇਸ ਨੂੰ ਲਿਆ ਕੇ। ਤੋ ਜਿਵੇਂ ਉਹ ਕਹਿੰਦੇ ਆ ਕਿ ਬੰਦਾ ਅਰਥ ਕਿਵੇਂ ਗ੍ਰਹਿਣ ਕਰਦਾ, ਮੰਨ ਲਓ ਚਿੜੀ ਆ, ਉਹ ਸ਼ਬਦ ਚਿੜੀ ਉਚਾਰਦਾ, ਜਦੋਂ ਉਹਨੂੰ ਨਕਾਰਨ 'ਚ ਉਹ ਕਿਵੇਂ ਕਰਦਾ ਕਿ ਚਿੜੀ ਉਹ ਹੈ ਜਿਹੜੀ ਕਬੂਤਰ ਨਹੀਂ, ਜਿਹੜੀ ਕਾਂ ਨਹੀਂ, ਜਾਂ ਜਿਹੜੇ ਹੋਰ ਪੰਛੀ ਨਹੀਂ, ਉਹ ਚਿੜੀ। ਇਸ ਤਰ੍ਹਾਂ ਮਤਲਬ ਨਕਾਰਾਤਮਕ ਅਰਥਾਂ 'ਚੋਂ ਜਿਹੜੇ ਉਹ ਅਰਥ ਗ੍ਰਹਿਣ ਕਰਦਾ। ਸੋ ਫਿਰ ਅੱਗੇ ਚੱਲ ਕੇ ਰਸਨ ਕੀਰਤੀ ਨਾਂ ਦਾ ਇੱਕ ਬੰਦਾ, ਉਹ ਫਿਰ ਇੱਕ ਹੋਰ ਸਲਾਹ ਦਿੰਦਾ। ਉਹ ਕਹਿੰਦਾ ਵੀ ਨਕਾਰਨਾ ਤੇ ਸਵੀਕਾਰਨਾ, ਸਵੀਕਾਰਨਾ ਜਿਹੜੀ ਪੁਸ਼ਟੀ ਕਰਨਾ, ਇਹ ਦੋਨੇ ਸਿਧਾਂਤ ਨਾਲ ਨਾਲ ਚੱਲਦੇ ਆ। ਜਿਵੇਂ ਬੰਦਾ ਅਰਥ ਤਾਂ ਗ੍ਰਹਿਣ ਕਰਦਾ ਵੀ ਉਹ ਕੁਝ ਚੀਜ਼ਾਂ ਨੂੰ ਨਕਾਰ ਦਿੰਦਾ, ਕੁਝ ਨੂੰ ਸਵੀਕਾਰਦਾ ਵੀ ਆ। ਜਿਵੇਂ ਆਪਾਂ ਇਹ ਗੱਲ ਕਹੀਏ ਵੀ ਸ਼ਬਦ ਚਿੜੀ ਆ, ਉਹ ਚਿੜੀ ਨੂੰ ਸਵੀਕਾਰਨ ਦਾ ਸਿਧਾਂਤ ਵੀ ਨਾਲ ਨਾਲ ਚੱਲਦਾ, ਨਕਾਰਨ ਦਾ ਕਬੂਤਰ ਨਹੀਂ ਹੈ, ਚਿੜੀ ਕਾਂ ਨਹੀਂ ਹੈ, ਜਾਂ ਹੋਰ ਜਿਹੜੇ ਕਿੰਨੇ ਪੰਛੀ ਆ ਉਹ ਨਹੀਂ ਹੈ। ਸੋ ਜਾਣੀ ਬੰਦਾ, ਇਹਨਾਂ ਦਾ ਮਤਲਬ ਇਹ ਸੀ ਕਿ ਬੰਦਾ ਨਕਾਰਨ ਦੇ ਵਿੱਚੋਂ ਤੇ ਸਵੀਕਾਰਨ ਦੇ ਵਿੱਚੋਂ ਜਿਹੜਾ ਅਰਥ ਗ੍ਰਹਿਣ ਕਰਦਾ। ਤੇ ਇਹ ਲੰਮੀ ਪਰੰਪਰਾ ਰਹੀ ਹੈ ਇਸ ਸਿਧਾਂਤ ਦੀ ਕਿ ਬੰਦਾ ਅਰਥ ਕਿਵੇਂ, ਆਪਾਂ ਪਿੱਛੇ ਗੱਲਾਂ ਇਸ ਤਰ੍ਹਾਂ ਨਹੀਂ ਕਰਕੇ ਆਏ ਆ। ਉਹ ਅਗਲਾ ਜਿਹੜਾ ਸਿਧਾਂਤ ਹੈ ਉਹ ਸਫੋਟ ਸਿਧਾਂਤ ਹੈ। ਸਫੋਟ ਦਾ ਕੀ ਮਤਲਬ? ਸਫਟ, ਸੱਸਾ ਫੱਫਾ ਟੈਗਾ। ਸਫਟ ਕੀ ਹੈ? ਪ੍ਰਗਟ ਹੋ ਜਾਣਾ, ਵਿਅਕਤ ਹੋ ਜਾਣਾ, ਜਾਂ ਜਿਹੜਾ ਫੁੱਟ ਪੈਣਾ, ਅਰਥ ਦਾ ਫੁੱਟ ਪੈਣਾ, ਇਸ ਤਰ੍ਹਾਂ ਦੇ ਜਿਹੜੇ ਅਰਥ ਕੀਤੇ ਜਾਂਦੇ। ਉਹ ਇਹ ਭਰਤਰੀ ਹਰੀ ਦਾ ਸਿਧਾਂਤ ਆ। ਇਹਦੇ ਬਾਰੇ 'ਚ ਪਤੰਜਲੀ ਨੇ ਵੀ ਗੱਲ ਕੀਤੀ ਆ, ਉਸ ਤੋਂ ਪਹਿਲਾਂ ਪਾਣਨੀ ਵੀ ਇਹਦੇ ਬਾਰੇ 'ਚ ਗੱਲ ਕਰਦਾ, ਪਤੰਜਲੀ ਵੀ ਇਹਦੇ ਬਾਰੇ 'ਚ ਗੱਲ ਕਰਦਾ। ਕੀ ਕਹਿੰਦਾ? ਕਹਿੰਦਾ ਵੀ ਸ਼ਬਦ ਦੇ ਦੋ ਪੱਖ ਹੁੰਦੇ ਆ, ਇੱਕ ਸਫੋਟ ਪੱਖ ਹੁੰਦਾ, ਇੱਕ ਧਵਨੀ ਪੱਖ ਹੁੰਦਾ। ਸਫੋਟ ਪੱਖ ਜਿਹੜਾ ਉਹ ਸਥਾਈ ਪੱਖ ਹੁੰਦਾ, ਨਿੱਜੀ ਉਚਾਰਨ ਨਾਲ ਜਦੋਂ ਉਹਦੇ 'ਚ ਕੋਈ ਬਦਲਾਅ ਨਹੀਂ ਆਉਂਦਾ। ਲੇਕਿਨ ਜਿਹੜਾ ਧਵਨੀ ਪੱਖ ਹੈ ਉਹਦੇ 'ਚ ਨਿੱਜੀ ਉਚਾਰਨ ਨਾਲ ਬਦਲਾਅ ਆ ਜਾਂਦਾ। ਇਹਦਾ ਮਤਲਬ ਕੀ ਹੈ ਕਿ ਜਦੋਂ ਕੋਈ ਬੰਦਾ, ਕਿੰਨੇ ਬੰਦੇ ਬੋਲਦੇ ਆ, ਬੋਲਣ ਦਾ ਹਰੇਕ ਦਾ ਬੰਦੇ ਦਾ ਵੱਖਰਾ ਲਹਿਜਾ, ਧਵਨੀ ਪੱਖ ਹੈ, ਕੋਈ ਕਿਸ ਤਰ੍ਹਾਂ ਬੋਲੇਗਾ, ਕੋਈ ਕਿਸ ਤਰ੍ਹਾਂ ਬੋਲੇਗਾ। ਲੇਕਿਨ ਇਹ ਜਿਹੜੀ ਚਿੜੀ ਜਾਂ ਜਿਹੜਾ ਉਹਦਾ ਸਫੋਟ ਪੱਖ ਹੈ, ਕੋਈ ਵੀ ਵਸਤੂ ਲੈ ਲਓ, ਕੁਰਸੀ ਲੈ ਲਓ, ਉਹ ਸਾਰੇ ਜਿਹੜਾ ਉਹਦਾ ਸਫੋਟ ਪੱਖ ਹੈ ਸਾਰੇ ਥਾਂ ਤੇ ਬਰਾਬਰ ਰਹੇਗਾ, ਉਹਦੇ 'ਚ ਕੋਈ ਬਦਲਾਅ ਨਹੀਂ ਆਏਗਾ। ਧਵਨੀ ਪੱਖ 'ਚ ਜ਼ਰੂਰ ਬਦਲਾਅ ਆ ਜਾਂਦਾ। ਸੋ ਫਿਰ ਅੱਗੇ ਜਾ ਕੇ ਜਿਹੜਾ ਭਰਤਰੀ ਹਰੀ ਆ, ਪਤੰਜਲੀ ਨੇ ਦਿੱਤਾ, ਭਰਤਰੀ ਹਰੀ ਵੀ ਇਹੀ ਗੱਲ ਕਰਦਾ ਕਿ ਸ਼ਬਦ ਦੇ ਦੋ ਪੱਖ ਹੁੰਦੇ ਆ, ਇੱਕ ਉਹਦਾ ਧਵਨੀ ਪੱਖ ਹੁੰਦਾ, ਇੱਕ ਉਹਦਾ ਜਿਹੜਾ ਭਾਵ ਪੱਖ ਹੁੰਦਾ, ਜਿਹਨੂੰ ਅਰਥ ਪੱਖ ਕਹਿੰਦੇ ਆ। ਧਵਨੀ 'ਚ ਉਹ ਕਹਿੰਦਾ ਵੀ ਧੁਨੀਆਂ ਰੂਪ ਆ ਜਾਂਦਾ, ਧੁਨੀਆਂ ਦੇ ਨਾਲ ਫਿਰ ਸ਼ਬਦ, ਸ਼ਬਦਾਂ ਤੋਂ ਵਾਕ, ਇਸ ਤਰ੍ਹਾਂ ਇਹ ਗੱਲ ਹੁੰਦੀ ਆ। ਉਹ ਜਿਹੜਾ ਇਹਦਾ ਭਾਵ ਪੱਖ ਹੈ, ਇਹ ਬਾਹਰੀ ਪੱਖ ਹੈ, ਅਰਥ। ਇਹ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਮਾਡਰਨ ਲਿੰਗੁਇਸਟਿਕ ਦੇ ਵਿੱਚ ਸੋਸਿਊਰ ਕਰਦਾ। ਸੋਸਿਊਰ ਦਾ ਜਿਹੜਾ ਸਿਧਾਂਤ ਹੈ ਚਿੰਨ੍ਹ ਦਾ, ਸਾਈਨ ਦਾ, ਤੇ ਚਿੰਨ੍ਹ ਕੀ ਹੈ? ਚਿੰਨ੍ਹ ਦੇ ਦੋ ਹਿੱਸੇ ਉਹ ਅੱਗੇ ਕਰ ਲੈਂਦਾ ਕਿ ਇੱਕ ਚਿੰਨ੍ਹਕ ਹੈ, ਇੱਕ ਚਿੰਨ੍ਹਕ ਹੈ। ਜਿਵੇਂ ਉਹ ਥੋੜਾ ਜਿਹਾ ਇਹਦੇ ਬਾਰੇ ਆਪਾਂ ਗੱਲ ਕਰ ਲਈਏ ਡਿਟੇਲ 'ਚ, ਕਿ ਉਹ ਮੰਨ ਲਓ ਇੱਕ ਰੁਪਈਏ ਦਾ ਸਿੱਕਾ, ਇਹ ਚਿੰਨ੍ਹ ਹੈ, ਲੇਕਿਨ ਉਹ ਰੁਪਈਏ ਦੇ ਦੋ ਪਾਸੇ ਆ, ਇੱਕ ਇੱਧਰਲਾ, ਇੱਕ ਇੱਧਰਲਾ, ਦੋ ਪਾਸੇ ਨੇ, ਇੱਕ ਪਾਸਾ ਚਿੰਨ੍ਹਕ ਹੈ, ਇੱਕ ਚਿੰਨ੍ਹਕ ਹੈ। ਇਹ ਚਿੰਨ੍ਹਕ ਕੀ ਹੈ? ਚਿੰਨ੍ਹਕ ਹੈਗਾ ਬੰਦੇ ਦਾ ਉਚਾਰਨ ਪੱਖ। ਮੰਨ ਲਓ ਮੈਂ ਕੋਈ ਸ਼ਬਦ ਮੇਜ਼ ਬੋਲ ਰਿਹਾ, ਇਹ ਚਿੰਨ੍ਹਕ ਹੈ। ਤੇ ਜਦੋਂ ਉਹ ਮੇਜ਼ ਬੋਲਣ ਨਾਲ ਸਾਡੇ ਦਿਮਾਗ 'ਚ ਅਰਥ ਨਿਕਲ ਆਉਂਦਾ, ਉਹ ਚਿੰਨ੍ਹਕ ਹੈ। ਜਿਹੜੀ ਚਿੰਨ੍ਹ ਦੇ ਦੋ ਹਿੱਸੇ। ਇਸੇ ਤਰ੍ਹਾਂ ਹੀ ਭਰਤਰੀ ਹਰੀ ਵੀ ਉਹ ਲਗਭਗ ਸੇਮ ਜੀ ਗੱਲ ਕਰਦਾ ਕਿ ਬੰਦੇ ਦੇ ਦਿਮਾਗ 'ਚ ਪਹਿਲਾਂ ਧੁਨੀ ਪੈਦਾ ਹੁੰਦੀ ਆ, ਧੁਨੀ ਨਾਲ ਫਿਰ ਸ਼ਬਦ, ਉਦੋਂ ਬਾਅਦ ਜਿਹੜਾ ਉਹਦਾ ਭਾਵ ਪੱਖ ਬਾਹਰ ਨਿਕਲ ਕੇ ਆਉਂਦਾ। ਯਾਨੀ ਇਹ ਇਸ ਤਰ੍ਹਾਂ ਦੀ ਗੱਲ ਹੈ ਵੀ ਜਿਹੜਾ ਮਾਡਰਨ ਲਿੰਗੁਇਸਟਿਕ ਜਾਂ ਸੋਸਿਊਰ ਨੇ ਸਿਧਾਂਤ ਭਾਰਤੀ ਚਿੰਤਨ ਦੇ ਵਿੱਚ ਉਹ ਬਹੁਤ ਪਹਿਲਾਂ ਦਿੱਤਾ ਹੋਇਆ ਸਿਧਾਂਤ ਹੈ। ਇਸ ਤਰ੍ਹਾਂ ਦੀ ਗੱਲ ਹੈ ਇਹ। ਤੋ ਅਗਲਾ ਜਿਹੜਾ ਤੀਜਾ ਸਾਡੇ ਕੋਲ ਹੈਗਾ ਸਿਧਾਂਤ, ਉਹ ਧਵਨੀ ਸਿਧਾਂਤ ਹੈ। ਆਨੰਦ ਵਰਧਨ ਦਾ ਗ੍ਰੰਥ ਹੈ ਧਵਨੀ ਲੋਕ, ਉਹਦੇ 'ਚ ਇਹਦੇ ਬਾਰੇ ਗੱਲ ਕਰਦਾ।
ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਅਲੰਕਾਰ ਸੰਪਰਦਾਇ ਆ ਭਾਰਤੀ ਅਰਥ ਚਿੰਤਨ ਦੇ ਵਿੱਚ, ਉਹ ਵੀ ਇਹਦੇ ਬਾਰੇ ਗੱਲ ਕਰਦੇ ਆ। ਉਹ ਕੀ ਕਹਿੰਦੇ ਆ ਕਿ ਸ਼ਬਦ ਦੇ ਦੋ ਪੱਖ ਹੁੰਦੇ ਆ। ਅਲੰਕਾਰਵਾਦੀ ਉਹ ਕਹਿੰਦੇ ਵੀ ਸ਼ਬਦ ਦੇ ਦੋ ਪੱਖ ਹੁੰਦੇ ਆ, ਇੱਕ ਅਭਿਦਾ ਇੱਕ ਲਕਸ਼ਣਾ, ਇਸ ਤਰ੍ਹਾਂ ਅਰਥ ਹੋ। ਫਿਰ ਅੱਗੇ ਜਾ ਕੇ ਜਿਹੜਾ ਆਨੰਦਵਰਧਨ ਹੈ ਇਹ ਕਹਿੰਦਾ ਵੀ ਨਹੀਂ, ਦੋ ਪੱਖ ਨਹੀਂ ਹੁੰਦੇ ਸ਼ਬਦ ਦੇ, ਤਿੰਨ ਹੁੰਦੇ, ਅਭਿਦਾ, ਲਕਸ਼ਣਾ ਤੇ ਵਿਅੰਜਨਾ। ਅਭਿਦਾ ਕੋਸ਼ਗਤ ਅਰਥ ਹੁੰਦੇ ਆ, ਲਕਸ਼ਣਾ ਕੋਸ਼ ਤੋਂ ਪਰਲੇ ਅਰਥ ਹੁੰਦੇ ਆ, ਵਿਅੰਜਨਾ ਬਿਲਕੁਲ ਉਲਟ ਅਰਥ ਹੁੰਦੇ ਆ। ਇਸ ਤਰ੍ਹਾਂ ਦੇ ਮੰਨ ਲਓ ਸ਼ਬਦ ਸਾਡੇ ਕੋਲ ਚੁਕੰਨਾ, ਜੇ ਇਹਦੇ ਕੋਸ਼ ਅਭਿਦਾ ਸ਼ਕਤੀ ਰਾਹੀਂ ਇਹਦੇ ਅਰਥ ਕਰੋਗੇ ਤੁਸੀਂ ਤਾਂ ਇਹਦੇ ਅਰਥ ਹੋਣਗੇ ਕਿ ਚਾਰ ਕੰਨਾਂ ਵਾਲਾ ਅਭਿਦਾ ਦਾ। ਲੇਕਿਨ ਜਦੋਂ ਕਿਉਂਕਿ ਚਾਰ ਕੰਨਾਂ ਵਾਲਾ ਚੁਕੰਨੇ ਨੂੰ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਚੁਸਤ ਹੁਸ਼ਿਆਰ ਆਦਮੀ ਦੇ ਅਰਥਾਂ 'ਚ ਲਿਆ ਗਿਆ, ਤਾਂ ਇਹ ਲਕਸ਼ਣਾ ਸ਼ਕਤੀ ਇਹਦੇ ਲਈ ਜ਼ਰੂਰੀ ਆ। ਲਕਸ਼ਣਾ ਸ਼ਕਤੀ ਤੇ ਆਧਾਰ ਤੇ ਇਸ ਤਰ੍ਹਾਂ ਦੇ ਅਰਥ ਜਿਹੜੇ ਆ ਫੁੱਟਦੇ ਆ। ਸੋ ਫਿਰ ਜਿਵੇਂ ਵਿਅੰਜਨਾ ਸ਼ਕਤੀ ਕੀ ਆ, ਜਿਵੇਂ ਆਪਾਂ ਕਹੀਏ ਕਿ ਉਹਦਾ ਗੰਗਾ 'ਚ ਘਰ। ਹੁਣ ਜੇ ਇਹਦੇ ਕੋਸ਼ਗਤ ਅਰਥਾਂ ਨਾਲ ਅਭਿਦਾ ਸ਼ਕਤੀ ਨਾਲ ਅਰਥ ਕਰਾਂਗੇ ਤਾਂ ਇਹਦੇ ਅਰਥ ਸਪਸ਼ਟ ਨਹੀਂ ਹੋਣਗੇ। ਗੰਗਾ 'ਚ ਘਰ ਹੈ, ਕਿਸੇ ਬੰਦੇ ਦਾ ਗੰਗਾ 'ਚ ਘਰ ਕਿਵੇਂ ਹੋ ਸਕਦਾ? ਸੰਭਵ ਨਹੀਂ ਹੈ। ਜੇ ਲਕਸ਼ਣਾ ਸ਼ਕਤੀ ਨਾਲ ਇਹਦਾ ਮਤਲਬ ਇਹ ਹੋ ਸਕਦਾ ਵੀ ਉਹਦਾ ਬੰਦੇ ਦਾ ਘਰ ਜਿਹੜਾ ਗੰਗਾ ਦੇ ਕਿਨਾਰੇ ਆ, ਯਾਨੀ ਇਹ ਵੀ ਅਰਥ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰਦਾ। ਲੇਕਿਨ ਜਦੋਂ ਅਸੀਂ ਇਹਨੂੰ ਖੁਸ਼ਹਾਲੀ ਪਵਿੱਤਰਤਾ ਦੇ ਤੌਰ ਤੇ ਗੰਗਾ ਨੂੰ ਇਸ ਤਰ੍ਹਾਂ ਦੇ ਅਰਥ ਕਰਦੇ ਆ ਤਾਂ ਉਹ ਵਿਅੰਜਨਾ ਸ਼ਕਤੀ ਰਹੀ ਹੁੰਦੇ ਆ। ਯਾਨੀ ਕਿਸੇ ਬੰਦੇ ਦਾ ਜਦੋਂ ਉਹਦਾ ਘਰ ਖੁਸ਼ਹਾਲੀ ਪਵਿੱਤਰਤਾ ਇਸ ਤਰ੍ਹਾਂ ਦੇ ਵੀ ਉਹਦੇ ਘਰ 'ਚ ਖੁਸ਼ਹਾਲੀ ਆ ਪਵਿੱਤਰਤਾ, ਤਾਂ ਇਹਦਾ ਮਤਲਬ ਇਹ ਇਸ ਤਰ੍ਹਾਂ ਵਿਅੰਜਨਾ ਸ਼ਕਤੀ ਨਾਲ ਬਾਹਰ ਨਿਕਲ ਕੇ ਆਉਂਦਾ। ਸੋ ਜੇ ਇਹ ਬਿਲਕੁਲ ਉਲਟ ਹੈ ਤੇ ਬਿਲਕੁਲ ਮੈਟਾਫੋਰਿਕਲ ਆ, ਪ੍ਰਤੀਕਾਤਮਕ। ਤੋ ਇਹ ਪ੍ਰਤੀਕਾਤਮਕ ਅਰਥ ਜਿਹੜੇ ਆ ਲਗਭਗ ਸਾਰੀਆਂ ਭਾਸ਼ਾਵਾਂ 'ਚ ਹੀ ਹੁੰਦੇ ਆ। ਜਿਹੜੀ ਪੋਇਟਰੀ ਆ ਹੁੰਦੀ ਆ ਕਿਸੇ ਵੀ ਭਾਸ਼ਾ 'ਚ, ਉਹ ਜ਼ਿਆਦਾਤਰ ਉਹਦੇ ਅਰਥ ਜਿਹੜੇ ਆ ਉਹ ਵਿਅੰਜਨਾ ਸ਼ਕਤੀ ਨਾਲ ਹੀ ਗ੍ਰਹਿਣ ਕਰਨੇ ਪੈਂਦੇ ਆ। ਜਿਵੇਂ ਪੱਥਰ ਨਾਲ ਨਿਉ ਲਾ ਬੈਠੀ, ਨਾ ਹੱਸੇ ਨਾ ਬੋਲੇ। ਉਹ ਇਹ ਜਿਹੜੇ ਅਰਥ ਨੇ ਇਹ ਤੁਸੀਂ ਅਭਿਦਾ ਲਕਸ਼ਣਾ ਰਾਹੀਂ ਇਹ ਸਪਸ਼ਟ ਨਹੀਂ ਹੁੰਦੇ, ਵਿਅੰਜਨਾ ਸ਼ਕਤੀ ਰਾਹੀਂ ਸਪਸ਼ਟ ਹੋਣਗੇ। ਇਸੇ ਤਰ੍ਹਾਂ ਹੋਰ ਅੱਗੇ ਚੱਲ ਕੇ ਜਿਵੇਂ ਆਪਾਂ ਦੇਖੀਏ ਕਿ ਜਿਹੜੀ ਕਿਸੇ ਭਾਸ਼ਾ ਦੇ ਵਿੱਚ ਮੁਹਾਵਰੇ, ਅਖਾਣ, ਇਹਨਾਂ ਦੇ ਵੀ ਅਰਥ ਜਿਹੜੇ ਆ ਉਹ ਵਿਅੰਜਨਾ ਸ਼ਕਤੀ ਰਾਹੀਂ ਸਪਸ਼ਟ ਹੁੰਦੇ ਆ। ਸੋ ਯਾਨੀ ਇਸ ਤਰ੍ਹਾਂ ਇਹ ਜਿਹੜੀ ਭਾਰਤੀ ਚਿੰਤਨ ਦੇ ਤਿੰਨ ਸਿਧਾਂਤ ਸੀਗੇ, ਇਹਨਾਂ ਬਾਰੇ ਆਪਾਂ ਥੋੜ੍ਹੀ ਜਿਹੀ ਡਿਟੇਲ 'ਚ ਗੱਲ ਕੀਤੀ ਆ। ਉਹ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਏਗੀ। ਬਾਕੀ ਜਿਹੜੇ ਕੋਈ ਗੱਲ ਇਸ ਲੈਕਚਰ ਦੇ ਦੌਰਾਨ ਤੁਹਾਨੂੰ ਸਮਝ ਨਹੀਂ ਆਈ, ਤੁਸੀਂ ਕਮੈਂਟ 'ਚ ਪੁੱਛ ਸਕਦੇ ਹੋ। ਉਹ ਸਾਡਾ ਇਸ ਮਹਿਰੀਨ ਕਲਾਸਿਸ ਦਾ ਮਕਸਦ ਇਹ ਆ ਕਿ ਜਿਹੜੇ ਲੋੜਵੰਦ ਵਿਦਿਆਰਥੀ ਆ, ਜਿਹੜੇ ਕੋਚਿੰਗਾਂ ਵਗੈਰਾ ਜਾਂ ਉਸ ਤਰ੍ਹਾਂ ਦੀਆਂ ਫੀਸਾਂ ਜਾਂ ਨਹੀਂ ਅਦਾ ਕਰ ਸਕਦੇ, ਉਹਨਾਂ ਨੂੰ ਪੜ੍ਹਾਉਣ ਦੇ, ਉਹਨਾਂ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਇਹ ਚੈਨਲ ਬਣਾਇਆ ਗਿਆ। ਜੇਕਰ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਦੀਆਂ ਜਿਹੜੀਆਂ ਵੀਡੀਓ ਹੋਰ ਵੀ ਬਹੁਤ ਸਾਰੀਆਂ ਅਸੀਂ ਇਹਦੇ ਤੇ ਅਪਲੋਡ ਕਰਨੀਆਂ ਜਾਂ ਕੀਤੀਆਂ ਹੋਈਆਂ, ਉਹ ਤੁਸੀਂ ਦੇਖ ਸਕਦੇ ਹੋ। ਸੋ ਅਗਲਾ ਇਹ ਅਰਥ ਵਿਗਿਆਨ ਦਾ ਇਹ ਇੱਕ ਲੈਕਚਰ ਸੀਗਾ। ਅਜੇ ਜਿਹੜਾ ਪੱਛਮੀ ਚਿੰਤਨ ਹੈ ਮਾਡਰਨ, ਉਹਦੇ ਬਾਰੇ ਕਾਫੀ ਗੱਲ ਕਰਨ ਬਾਕੀ ਆ। ਉਹ ਆਪਾਂ ਅਗਲੇ ਜਿਹੜੇ ਲੈਕਚਰ ਆ ਉਹਦੇ 'ਚ ਗੱਲਬਾਤ ਕਰਾਂਗੇ। ਧੰਨਵਾਦ।